ਜਗਬਾਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਵਰੁਣ ਭੱਟ। ਅੱਜ ਸਾਡੇ ਨਾਲ ਜਗਬਾਣੀ ਦੇ ਸਟੂਡੀਓ ਦੇ ਵਿੱਚ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਮੌਜੂਦ ਹਨ। ਉਹਨਾਂ ਨਾਲ ਗੱਲਬਾਤ ਕਰਾਂਗੇ। ਜੇਕਰ ਹੜ੍ਹਾਂ ਦੀ ਗੱਲ ਕਰੀਏ ਤਾਂ ਆਪਣੇ ਹਲਕੇ ਸਮਾਣੇ ਦੇ ਵਿੱਚ, ਪਟਿਆਲੇ ਦੇ ਵਿੱਚ ਤੇ ਪੂਰੇ ਪੰਜਾਬ ਦਾ ਵੀ ਜਿਹੜਾ ਹੈਗਾ ਇਹ ਦੌਰਾ ਕਰਕੇ ਆਏ ਨੇ। ਜੇਕਰ ਸਮਾਣੇ ਦੀ ਗੱਲ ਕਰੀਏ ਤਾਂ ਇਹ ਖੁਦ ਗਰਾਊਂਡ ਤੇ ਲੋਕਾਂ ਦੀ ਮਦਦ ਕਰਦੇ ਨਜ਼ਰ ਤਾਂ ਆਏ ਹਨ। ਤਾਂ ਅੱਜ ਕੈਬਨਿਟ ਦੀ ਬੈਠਕ ਤੋਂ ਬਾਅਦ ਇਹ ਸਿੱਧਾ ਜਗਬਾਣੀ ਦੇ ਸਟੂਡੀਓ 'ਚ ਪਹੁੰਚੇ ਹਨ। ਸਵਾਗਤ ਕਰਦੇ ਹਾਂ ਜੋੜਾ ਮਾਜਰਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਚਰਚਾ ਹੋਈ ਹੈਗੀ ਹੈ? ਲਗਾਤਾਰ ਉਮੀਦ ਕਰ ਰਹੇ ਨੇ ਲੋਕ, ਕਿਸਾਨ ਕਿ ਜਿਹੜੇ ਹੜ੍ਹ ਪ੍ਰਭਾਵਿਤ ਏਰੀਏ ਨੇ, ਸਰਕਾਰ ਕੀ ਸਪੈਸ਼ਲ ਜਿਹੜੀ ਹੈਗੀ ਹੈ ਮਦਦ ਉਹਨਾਂ ਦੀ ਕਰਨ ਜਾ ਰਹੀ ਹੈ? ਦੇਖੋ, ਸਭ ਤੋਂ ਪਹਿਲੇ ਤਾਂ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹ ਧਰਾਤਲ ਨਾਲ ਜੁੜੇ ਹੋਏ ਨੇ। ਗ੍ਰਾਸ ਰੂਟ ਤੋਂ ਉੱਠ ਕੇ ਉਹ ਮੁੱਖ ਮੰਤਰੀ ਬਣੇ ਨੇ। ਉਹਨਾਂ ਨੂੰ ਪੰਜਾਬ ਦੀ ਹਰ ਇੱਕ ਜਿਹੜੀ ਦੁੱਖ ਤਕਲੀਫ ਹੈ ਉਹ ਤੋਂ ਭਲੀ ਭਾਂਤ ਜਾਣੂ ਨੇ। ਔਰ ਅੱਜ ਦੀ ਜਿਹੜੀ ਕੈਬਨਿਟ ਹੋਈ ਹੈ ਉਹਦੇ ਵਿੱਚ ਜਿਹੜਾ ਪਿਛਲੇ ਦਿਨੀ ਵਾੜ ਆਈ ਆ ਉਹਦੇ ਕਾਰਨ ਜਿਹੜਾ ਬਹੁਤ ਸਾਰਾ ਨੁਕਸਾਨ, ਚਾਹੇ ਉਹ ਆਪਣਾ ਫਸਲਾਂ ਦਾ ਨੁਕਸਾਨ ਹੋਵੇ ਜਾਂ ਕਿਸੇ ਦੇ ਘਰਾਂ ਦਾ ਨੁਕਸਾਨ ਹੋਇਆ ਹੋਵੇ ਜਾਂ ਪਸ਼ੂਆਂ ਦਾ ਨੁਕਸਾਨ ਹੋਇਆ ਹੋਵੇ, ਉਹਦੇ ਸੰਬੰਧ 'ਚ ਬੜੀ ਵਿਸਥਾਰਪੂਰਵਕ ਜਿਹੜੀ ਹੈਗੀ ਆ ਚਰਚਾ ਹੋਈ ਹੈ। ਔਰ 15 ਅਗਸਤ ਤੱਕ ਜੀ ਜਿਹੜੀ ਗਿਰਦਾਵਰੀ ਹੈ ਉਹ ਮਾਨ ਸਾਹਿਬ ਵੱਲੋਂ ਹੋਇਆ ਕਿ 15 ਅਗਸਤ ਤੱਕ ਅਸੀਂ ਗਿਰਦੌਰੀ ਹੈ ਜਿਹੜੀ ਅੱਜ ਗਿਰਦੌਰੀ ਕਰਨ ਦੇ ਜਿਹੜੇ ਹੁਕਮ ਨੇ ਉਹ ਸਾਰੇ ਡੀਸੀਜ਼ ਨੂੰ ਜਿਹੜੇ ਕਰ ਦਿੱਤੇ ਗਏ ਨੇ। ਜਿੰਨੀ ਜਲਦੀ ਤੋਂ ਜਲਦੀ ਗਿਰਦੌਰੀ ਹੋ ਜੂਗੀ ਤਾਂ ਨਾਲ ਦੀ ਨਾਲ ਜਿਹੜਾ ਮੁਆਵਜ਼ਾ ਹੈ ਉਹ ਕਿਸਾਨਾਂ ਦੇ ਖਾਤਿਆਂ 'ਚ ਜਿਹੜਾ ਪਹੁੰਚੂਗਾ ਜੀ। ਕਿਸਾਨ ਲਗਾਤਾਰ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਰਕਾਰ ਜਲਦ ਤੋਂ ਜਲਦ ਇਹ ਅਨਾਉਂਸ ਕਰੇ, ਪਰ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ 15 ਅਗਸਤ ਤੱਕ ਇਹ ਸਾਰਾ ਕੁਝ ਹੋ ਜਾਵੇਗਾ, ਕੀ ਰੂਪ ਰੇਖਾ ਤਿਆਰ ਕੀਤੀ ਗਈ ਹੈ? ਕਿਸ ਤਰੀਕੇ ਦਾ ਜਿਹੜਾ ਮੁਆਵਜ਼ਾ ਦਿੱਤਾ ਜਾਵੇਗਾ? ਕਿਉਂਕਿ ਅਲੱਗ-ਅਲੱਗ ਪਸ਼ੂ ਡੰਗਰ ਜਿਹੜੇ ਹੈਗੇ ਨੇ, ਘਰਾਂ ਦਾ ਨਿੱਜੀ ਨੁਕਸਾਨ, ਸਮਾਨ ਦਾ, ਉਹ ਕਿਸ ਤਰੀਕੇ ਦੀ ਰਿਪੋਰਟ ਜਿਹੜੀ ਹੈਗੀ ਤਿਆਰ ਕੀਤੀ ਗਈ ਹੈਗੀ ਆ? ਦੇਖੋ, ਉਹ ਗਿਰਦਾਵਰੀ ਹੋਣੀ ਹੈ। ਗਿਰਦਾਵਰੀ ਦੇ ਤਹਿਤ ਹੀ ਜਿਹੋ ਜਿਹਾ ਵੀ ਜਿਹਦਾ ਕਿਸੇ ਦਾ ਨੁਕਸਾਨ ਹੋਇਆ ਹੋਊਗਾ ਉਹੋ ਜਿਹੀ ਮੁਆਵਜ਼ਾ ਜਿਹੜਾ ਕਿਸਾਨਾਂ ਨੂੰ ਜਿਹੜਾ ਹੈਗਾ ਦਿੱਤਾ ਜਾਊਗਾ। ਜੇ ਕਿਸੇ ਦਾ ਕੋਈ ਘਾਟੇ ਹੈ ਤਾਂ ਉਹਦੇ ਵੀ ਪੈਸੇ ਦਿੱਤੇ ਜਾਣਗੇ। ਸੋ ਗਿਰਦੌਰੀ ਕਰਨੀ ਪਟਵਾਰੀ ਨੇ। ਫਿਲਹਾਲ ਹਜੇ ਵੀ ਕੁਛ ਏਰੀਆ ਦੇ ਵਿੱਚ ਜਿਹੜਾ ਪਾਣੀ ਹੈ ਹਜੇ ਖੜਾ ਹੈ। ਸਗੋਂ ਕੱਲ੍ਹ ਵੀ ਮੈਂ ਜਿਹੜਾ ਹੈਗਾ ਦੇਖ ਕੇ ਆਇਆ ਘੱਗਰ, ਕੱਲ੍ਹ ਵੀ ਕੁਛ ਚੜ੍ਹਿਆ ਹੋਇਆ ਸੀ। ਸੋ ਇਸ ਕਰਕੇ ਥੋੜ੍ਹਾ ਗਿਰਦੌਰੀ ਵੀ ਤਦੇ ਹੋਊਗੀ ਜਦੋਂ ਫ੍ਰੀ ਹੋਣਗੇ ਸਾਰੇ। ਮੇਬੀ ਇੱਕ ਅੱਧੇ ਦਿਨ ਦੇ ਵਿੱਚ ਹੀ ਜਿਹੜੀ ਗਿਰਦੌਰੀ ਆ ਉਹ ਸਟਾਰਟ ਹੋ ਜੂਗੀ। ਔਰ ਨਾਲ ਦੀ ਨਾਲ ਗਿਰਦੌਰੀ ਕਰਕੇ ਜਿੰਨੀ ਜਲਦੀ ਗਿਰਦਾਵਰੀ ਹੋ ਜੂਗੀ ਨਾਲ ਦੀ ਨਾਲ ਪੈਸੇ ਨੇ ਜਿਹੜੇ ਕਿਸਾਨਾਂ ਦੇ ਖਾਤਿਆਂ 'ਚ ਜਿਹੜੇ ਪਾਏ ਜਾਣਗੇ। ਸ਼ਾਹੀ ਪਰਿਵਾਰ ਨੇ ਤਾਂ ਨੱਥ ਚੂੜਾ ਵੀ ਚੜ੍ਹਾਤਾ ਸੀਗਾ, ਫੇਰ ਘੱਗਰ ਚੜ੍ਹ ਗਿਆ। ਦੇਖੋ, ਇਹ ਇੱਕ ਇਸ ਤਰ੍ਹਾਂ ਦੀ ਕਹਾਣੀ ਹੈ ਕਿ ਉਹਨਾਂ ਨੂੰ ਪਤਾ ਹੁੰਦਾ ਕਿ ਹੁਣ ਪਾਣੀ ਉਤਰਨਾ ਤਾਂ ਨੱਥ ਚੂੜਾ ਲੈ ਕੇ ਪਹੁੰਚ ਜਾਂਦੇ ਨੇ। ਜੇ ਨੱਥ ਚੂੜੇ ਨਾਲ ਜੇ ਕਿਤੇ ਪਾਣੀ ਮੁੜਦੇ ਹੁੰਦੇ ਤਾਂ ਫਿਰ ਬੀਬਾ ਜੀ ਜਿਹੜੀਆਂ ਬੋਤਲਾਂ ਪਾਣੀ ਦੀਆਂ ਸਿਰ 'ਤੇ ਕਿਉਂ ਚੁੱਕੀ ਫਿਰਦੇ ਸੀ? ਕਿਉਂਕਿ ਉਹ ਸਿਰਫ ਇੱਕ ਰਾਜਨੀਤੀ ਕਰਦੇ ਆ। ਰਾਜਨੀਤੀ ਦਾ ਜਿਹੜੀ ਆਪਣੇ ਆਪ ਨੂੰ ਚਮਕਾਉਣ ਵਾਸਤੇ ਜਿਹੜਾ ਇੱਦਾਂ ਦੀ ਕੋਸ਼ਿਸ਼ ਕਰਦੇ ਨੇ। ਮੇਰੇ ਸਮਾਣੇ ਹਲਕੇ ਦੇ ਪਿੰਡ 'ਚ ਕਿਸੇ 'ਚ ਗਏ ਸੀਗੇ ਬੀਬਾ ਜੀ, ਕਹਿੰਦੇ ਅਸੀਂ ਸਮਾਨ ਵੰਡਣਾ ਹੈ। ਧੱਕੇ ਨਾਲ ਕਿਸ਼ਤੀ ਹੈ ਜਿਹੜੀ ਉਹ ਖੋਹ ਰਹੇ ਸੀਗੇ। ਹਾਲਾਂਕਿ ਅਸੀਂ ਉੱਥੇ ਲਗਾਤਾਰ ਰਹਿਣਾ, ਸਾਨੂੰ ਪਤਾ ਹੈ। ਜਿਸ ਦਿਨ ਹੜ੍ਹ ਆਇਆ ਸੀ ਉਸੇ ਦਿਨ ਤੋਂ ਲਗਾਤਾਰ ਮੈਂ ਮੰਤਰੀ ਨਾ ਬਣ ਕੇ, ਕਿਉਂਕਿ ਮੈਂ ਆਪ ਵੀ ਕਿਸਾਨ ਹਾਂ, ਜਦੋਂ ਕਿਸੇ ਕਿਸਾਨ ਦੀ ਫਸਲ ਮਰਦੀ ਹੈ ਤਾਂ ਉਹ ਕਿਸਾਨ ਆ ਜਿਹੜਾ 4-5 ਸਾਲ ਉੱਠ ਨਹੀਂ ਸਕਦਾ ਹੈ। ਸੋ ਉਹ ਲੋਕ ਤਾਂ ਆਏ ਸਾਲ ਉਹਨਾਂ ਦੀਆਂ ਫਸਲਾਂ ਦੇ ਨੁਕਸਾਨ ਹੁੰਦੇ ਨੇ, ਕਿਉਂਕਿ ਉਹ ਘੱਗਰ ਦੇ ਉੱਤੇ ਬੈਠੇ ਨੇ। ਉੱਥੇ ਦੀ ਇੱਕ ਖੋਲੀ ਹੈ ਉਹ ਵੀ ਮਾਰ ਕਰਦੀ ਹੈ। ਸਗੋਂ ਐਤਕੀ ਪਹਿਲੀ ਵਾਰੀ ਹੋਇਆ, ਉਹਨਾਂ ਨੇ ਖੁਦ ਕਿਸਾਨ ਖੁਸ਼ ਹੋਏ ਸੀ, ਕਹਿੰਦੇ ਵੀ ਪਹਿਲੀ ਵਾਰੀ ਹੋਇਆ ਜਿਹੜੀ ਕੋਈ ਸਰਕਾਰ ਆਈ ਹੈ, ਭਗਵੰਤ ਸਿੰਘ ਮਾਨ ਦੀ ਸਰਕਾਰ ਆਈ ਆ, ਜਿਨ੍ਹਾਂ ਨੇ ਪਹਿਲੇ ਸਾਲ ਦੇ ਵਿੱਚ ਹੀ 40 ਲੱਖ ਤੋਂ ਲੈ ਕੇ 50 ਲੱਖ ਤੱਕ ਲਾ ਕੇ ਇੱਕ ਪਾਈਪਲਾਈਨ ਪਵਾਈ ਗਈ ਸੀ ਵੀ ਜੇ ਬਾਰਿਸ਼ ਹੁੰਦੀ ਹੈ ਤਾਂ ਉਹਦਾ ਪਾਣੀ ਹੈ ਜਿਹੜਾ ਪਿੰਡਾਂ ਦਾ ਉਹ ਨਿਕਲ ਕੇ ਉਹ ਖੋਲੀ ਦੇ ਵਿੱਚ ਚਲਾ ਜਾਵੇ, ਕੋਈ ਨੁਕਸਾਨ ਨਾ ਹੋਵੇ। ਪਰ ਐਤਕੀ ਜਿਹੜੀ ਪਿੱਛੇ ਹਿਮਾਚਲ ਦੇ ਵਿੱਚ ਜਿਹੜੀ ਬਾਰਿਸ਼ ਹੈ ਉਹ ਇੰਨੀ ਹੋਈ ਹੈ ਕਿ ਉਹਨੇ ਨੁਕਸਾਨ ਹੀ ਬਹੁਤ ਜ਼ਿਆਦਾ ਕੀਤਾ, ਬਹੁਤ ਸਾਰੇ ਪਿੰਡਾਂ ਦਾ ਜਿਹੜਾ ਨੁਕਸਾਨ ਕੀਤਾ। ਸੋ ਅਸੀਂ ਆਪਦੇ ਤੌਰ ਤੇ ਜਿਸ ਦਿਨ ਪਹਿਲੇ ਦਿਨ ਹੜ੍ਹ ਆਇਆ ਉਸੇ ਦਿਨ ਹੀ ਮੈਂ ਉੱਥੇ ਕਿਸ਼ਤੀਆਂ ਲੈ ਕੇ ਖੁਦ ਆਪ ਪਹੁੰਚ ਕੇ, ਮੇਰੇ ਪੀਏ ਜਿੰਨੇ ਪੀਏ ਸੀ ਸਾਰੇ ਉਹਨਾਂ ਨੇ, ਔਰ ਸਾਡੇ BDO ਸਾਹਿਬ, ਸਾਡੇ ਇੱਕ ਮੁੰਡਾ ਟੈਕਸ ਕਲੈਕਟਰ ਹੈ ਆਪਣਾ ਗੁਰਮੁਖ, ਔਰ ਪਟਵਾਰੀ ਸਾਹਿਬਾਨ ਸੁਖਵਿੰਦਰ, ਹੋਰ ਕਿੰਨੇ ਪਟਵਾਰੀ ਸਾਹਿਬ, ਸਾਰਿਆਂ ਨੇ ਉੱਥੇ ਖੜ੍ਹ ਕੇ ਡਿਊਟੀ ਦਿੱਤੀ ਹੈ। ਮੇਰੇ ਖਿਆਲ ਪਹਿਲੀ ਵਾਰੀ ਹੋਣਾ ਕਿ ਕਿਸੇ ਸਰਕਾਰ ਦੇ ਸਾਰੇ ਮੁਲਾਜ਼ਮਾਂ ਨੇ ਔਰ ਮੰਤਰੀਆਂ ਨੇ, MLA ਨੇ, ਚੇਅਰਮੈਨਾਂ ਨੇ ਆਪ ਖੜ੍ਹ ਕੇ
ਉਸ ਜਗ੍ਹਾ ਤੇ ਜਿੱਥੇ ਹੜ੍ਹ ਪੀੜਤ ਨਾਲ ਲੋਕ ਮੁਸੀਬਤ 'ਚ ਸੀਗੇ, ਉੱਥੇ ਖੜ ਕੇ ਉਹਨਾਂ ਦੇ ਨਾਲ ਦੁੱਖ ਹੈ ਜਿਹੜਾ ਉਹ ਵੰਡਾਇਆ। ਮੈਂ ਪਿੰਡ ਗਿਆ ਸੀ, ਸਗੋਂ ਮੇਰਾ ਇੱਕ ਪੀ ਹੈ ਜਿਹੜਾ 2 ਵਾਰੀ ਘੱਗਰ ਕ੍ਰੋਸ ਕਰ ਗਿਆ, ਕਿਉਂ ਪਾਣੀ ਬਹੁਤ ਜ਼ਿਆਦਾ ਸੀਗਾ, ਉਹਨੂੰ ਪਤਾ ਵੀ ਨਹੀਂ ਲੱਗਿਆ ਵੀ ਘੱਗਰ ਅਸੀਂ ਕ੍ਰੋਸ ਕੀਤਾ, ਕਿਉਂਕਿ ਪਰਲੇ ਪਾਸੇ 1-2 ਡੇਰੇ ਸੀਗੇ। ਸੋ ਜਦੋਂ ਪਾਣੀ ਉੱਤਰੇ ਤੋਂ ਪਤਾ ਲੱਗਿਆ ਕਿ ਅਸੀਂ ਤਾਂ ਘੱਗਰ ਵੀ ਕ੍ਰੋਸ ਕਰ ਗਏ ਸੀ। ਸੋ ਨੇਚਰਲੀ ਆ ਅਸੀਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਅਸੀਂ, ਕਿਉਂਕਿ ਉਹ ਲੋਕ ਸਾਡੇ ਆਪਦੇ ਸੀ, ਸਗੋਂ ਬਹੁਤ ਸਾਰੇ ਅਸੀਂ ਉੱਥੋਂ ਮੈਨੂੰ ਲੱਗਦਾ 250 ਦੇ ਆਸ-ਪਾਸ ਜਿਹੜੇ ਲੋਕ ਨੇ ਉਹਨਾਂ ਨੂੰ ਰੈਸਕਿਊ ਕਰਕੇ ਉਹਨਾਂ ਨੂੰ ਬਾਹਰ ਸੁੱਕੀਆਂ ਥਾਵਾਂ ਤੇ ਲੈ ਕੇ ਆਇਆ। ਕੁਝ ਮਰੀਜ਼ਾਂ ਨੂੰ ਵੀ ਲੈ ਕੇ ਆਏ ਅਸੀਂ ਤਾਂ ਕਿ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ। ਸੋ ਸਾਡੇ ਵੱਲੋਂ ਕੋਸ਼ਿਸ਼ ਰਹੀ ਹੈ ਕਿ ਅਸੀਂ ਜਿਹੜਾ ਹੈਗਾ ਹਰ ਇੱਕ ਘਰ ਤੱਕ ਪਹੁੰਚ ਕਰੀਏ ਔਰ ਲੋਕਾਂ ਤੱਕ ਰਾਸ਼ਨ ਵੀ ਪਹੁੰਚਾਇਆ, ਪਾਣੀ ਵੀ ਪਹੁੰਚਾਇਆ, ਪਸ਼ੂਆਂ ਲਈ ਪਸ਼ੂ ਚਾਰਾ ਵੀ ਪਹੁੰਚਾਇਆ ਗਿਆ। ਔਰ ਉਸੇ ਸਮੇਂ ਦਰਮਿਆਨ ਜਦੋਂ ਬਾੜ ਆਈ ਸੀ, ਉੱਥੇ ਇੱਕ ਨੌਜਵਾਨ ਸੀਗਾ ਜਿਹੜਾ ਭਗਵਾਨ ਦਾਸ, ਉਹ ਬਾਹਰ ਨਿਕਲਿਆ ਤਾਂ ਪਾਣੀ ਦਾ ਬਹੁਤ ਤੇਜ਼ ਸੀ, ਉਹਦੀ ਡੈਥ ਵੀ ਹੋ ਗਈ ਸੀ। ਉਹਦੇ ਜਿਹੜੇ ਪਰਿਵਾਰਕ ਜੀ ਨੇ ਉਹਨਾਂ ਨੂੰ ਮਾਨ ਸਾਹਿਬ ਸਰਕਾਰ ਵੱਲੋਂ ਭੋਗ ਤੋਂ ਪਹਿਲਾਂ 4 ਲੱਖ ਰੁਪਈਆ ਜਿਹੜਾ ਮੁਆਵਜ਼ਾ ਸੀਗਾ, ਜਿਹੜੀ ਰਾਸ਼ੀ ਸੀਗੀ, ਉਹਨਾਂ ਦੇ ਘਰ ਖੁਦ ਮੈਂ ਆਪ ਪਹੁੰਚਾ ਕੇ ਆਇਆ। ਅਸੀਂ ਦੇਖਿਆ ਕਿ ਜਦੋਂ ਤੁਸੀਂ ਗਰਾਊਂਡ ਲੈਵਲ ਤੇ ਸੀ, ਤਮਾਮ ਸੰਸਥਾਵਾਂ ਵੀ ਨਾਲ ਸੀਗੀਆਂ, ਪੂਰਾ ਅਮਲਾ ਪ੍ਰਸ਼ਾਸਨ ਗਰਾਊਂਡ ਤੇ ਸੀਗਾ, ਫਿਰ ਵੀ ਇਸ ਦੇ ਬਾਵਜੂਦ ਉੱਥੇ ਤਲਖੀ ਕਿਸ ਚੀਜ਼ ਨੂੰ ਲੈ ਕੇ ਵਧੀਆ ਅਸੀਂ ਦੇਖਿਆ ਕਿ ਕਾਫੀ ਟਕਰਾਵ ਹੋਇਆ ਤੁਹਾਡਾ ਜੈਇੰਦਰ ਕੌਰ ਹੋਣਾ ਨਾਲ। ਕਿਆ ਕਿਸ਼ਤੀਆਂ ਘੱਟ ਸੀ ਜਾਂ ਕੀ ਕਹਾਣੀ ਕੀ ਸੀ? ਕਿਸ਼ਤੀ ਦੀ ਕੋਈ ਕਹਾਣੀ, ਕਿਸ਼ਤੀ ਤਾਂ ਅਸੀਂ ਕਹਿ ਦਿੱਤਾ ਸੀ ਕਿ ਕਿਸ਼ਤੀ ਤੁਸੀਂ ਲੈਣੀ, ਤੁਹਾਨੂੰ ਕਿਸ਼ਤੀ ਦੂਜੀ ਦਿੰਦੇ ਆ, ਕਿਉਂਕਿ ਉੱਥੇ ਪਸ਼ੂਆਂ ਦੇ ਡਰ ਤੋਂ, ਕਿਉਂ ਜਦੋਂ ਬਾਰਿਸ਼ ਹੜ੍ਹ ਨਹੀਂ ਆਇਆ ਹੋਇਆ ਸੀ, ਪਸ਼ੂਆਂ ਕਰਕੇ ਉਹਨਾਂ ਨੇ ਨਾ ਫੈਂਸਿੰਗ ਕੀਤੀ ਹੋਈ ਆ ਤਾਰ ਦੀ, ਜਿਹੜੀ ਕੰਡੇ ਵਾਲੀ ਤਾਰ ਹੁੰਦੀ ਆ। ਇਹ ਜਿਹੜੀਆਂ ਕਿਸ਼ਤਾਂ ਬੀਬਾ ਜੀ ਹਲ ਕਰ ਰਹੇ ਤੇ ਕਿ ਸਾਨੂੰ ਹੁਣੀ ਦੇ ਦਿਓ ਇੱਕ ਕਿਸ਼ਤੀ, ਉੱਥੋਂ ਚੱਲ ਨਹੀਂ ਸਕਦੀ ਸੀ, ਕਿਉਂਕਿ ਉੱਥੇ ਉਹ ਬਲੂਮ ਵਾਲੀ ਕਿਸ਼ਤੀ ਸੀ, ਜੇ ਕਿਤੇ ਉਹ ਲੈ ਕੇ ਉੱਤਰੇ ਨਾਲ ਦੀ ਨਾਲ ਪੈਂਚਰ ਹੋ ਸਕਦੀ ਸੀ ਔਰ ਦੁਰਘਟਨਾ ਹੋਣ ਦਾ ਖਤਰਾ ਸੀ। ਜੇ ਬਾਈ ਚਾਂਸ ਪੈਂਚਰ ਹੋ ਗਈ, ਉਹਦੀ ਹਵਾ ਨਿਕਲ ਗਈ ਤਾਂ ਉੱਥੇ ਵਿੱਚੋਂ ਪਲਟ ਸਕਦੀ ਸੀ। ਸੋ ਇਸ ਕਰਕੇ ਅਸੀਂ ਉਹਨਾਂ ਨੂੰ ਬੜਾ ਜ਼ੋਰ ਲਾਇਆ ਕਿ ਤੁਹਾਨੂੰ ਦੂਜੀ ਕਿਸ਼ਤੀ ਦਿੰਦੇ ਹਾਂ, ਪਰ ਉਹਨਾਂ ਨੇ ਬਹੁਤ ਜ਼ਿਆਦਾ ਧੱਕਾ ਕਰਨ ਦੀ ਕੋਸ਼ਿਸ਼ ਕੀਤੀ। ਉੱਥੇ ਲਗਾਤਾਰ 2 ਕਿਸ਼ਤੀਆਂ ਇੰਜਣ ਵਾਲੀਆਂ, ਇੱਕ ਬਿਨਾਂ ਇੰਜਣ ਤੋਂ 3 ਕਿਸ਼ਤੀਆਂ ਆਲਰੇਡੀ ਉੱਥੇ ਚੱਲ ਰਹੀਆਂ ਸੀ, 2 ਕਿਸ਼ਤੀਆਂ ਪਰਲੇ ਪਾਸੇ ਚੱਲ ਰਹੀਆਂ ਸੀ, ਉੱਥੇ 5 ਕਿਸ਼ਤੀਆਂ ਆਲਰੇਡੀ ਚੱਲ ਰਹੀਆਂ ਸੀਗੀਆਂ। ਅਸੀਂ ਕਿਹਾ ਸੀ ਵੀ ਤੁਹਾਨੂੰ ਕਿਸ਼ਤੀਆਂ ਇਹ ਚਾਹੀਦੀਆਂ ਨੇ ਤਾਂ ਤੁਸੀਂ ਅੱਗੇ ਧਰਮੇੜੀ ਜਾ ਕੇ ਤੁਸੀਂ ਜੇ ਚਾਹੁੰਦੇ ਹੋ ਸੇਵਾ ਕਰਨੀ ਕਰ ਲਓ, ਕੋਈ ਚੱਕਰ ਵਾਲੀ ਗੱਲ ਨਹੀਂ ਹੈ। ਪਰ ਅੱਧਾ ਘੰਟਾ ਲਾ ਕੇ ਉੱਥੇ ਮੁੜ ਕੇ ਨਾ ਆਏ। ਉਦੋਂ ਤਾਂ ਕਹਿ ਰਹੇ ਸੀ ਇੱਕ ਮੁੰਡੇ ਦੀ ਡੈਥ ਹੋ ਗਈ, ਅਸੀਂ ਉਹਨਾਂ ਦੇ ਜਾਣਾ, ਉਹਨਾਂ ਨੂੰ ਉਹ ਕਰਨਾ, ਮੁੜ ਕੇ ਨਾ ਉਸ ਪਰਿਵਾਰ ਦੇ ਬੱਚੇ ਦੇ ਭੋਗ ਤੇ ਆਏ, ਨਾ ਮੁੜ ਕੇ ਫੁੱਲਾਂ ਤੇ ਆਏ, ਨਾ ਦਾਹ ਸੰਸਕਾਰ ਤੇ ਆਏ। ਸਿਰਫ ਰਾਜਨੀਤੀ, ਅਸੀਂ ਰਾਜਨੀਤੀ ਕੋਈ ਨਹੀਂ ਕਰਦੇ। ਮੈਂ ਜਿੰਨੇ ਦਿਨ ਹੜ੍ਹਾਂ ਦਾ ਉੱਥੇ ਪ੍ਰਕੋਪ ਰਿਹਾ, ਉਨੇ ਦਿਨ ਉੱਥੇ ਸਾਡੀ ਸਾਰੀ ਟੀਮ, ਸਾਰੇ ਮੁਲਾਜ਼ਮ, ਸਾਰੇ ਅਫਸਰ ਸਾਹਿਬਾਨ, ਸਾਰੇ ਅਸੀਂ ਉੱਥੇ ਖੜ ਕੇ ਜਿਹੜੀ ਡਿਊਟੀ ਦਿੱਤੀ ਹੈ। ਇਹ ਤਾਂ ਤੁਹਾਨੂੰ ਸ਼ਹਿਰ ਦੇ ਵਿੱਚ ਵੈਸੇ ਵੀ ਦੇਖਿਆ ਜਾਂਦਾ, ਕਦੀ ਜਾਂਦੇ ਆਉਂਦੇ ਤੁਸੀਂ ਆਮ ਮਿਲ ਜਾਂਦੇ ਹੋ ਮਾਰਕੀਟ ਦੇ ਵਿੱਚ, ਇਹ ਉੱਥੇ ਦੇ ਲੋਕਾਂ ਦਾ ਵੀ ਕਹਿਣਾ ਹੈਗਾ। ਪਰ ਜੇਕਰ ਤੁਹਾਡੇ ਡਿਪਾਰਟਮੈਂਟ ਦੀ ਗੱਲ ਕਰੀਏ, ਫਿਰੋਜ਼ਪੁਰ ਦੇ ਵਿੱਚ ਮਸਲਾ ਆਇਆ, ਜਿਹੜੇ ਕਿਸਾਨ ਮਿਰਚਾਂ ਬੀਜਦੇ ਹਨ ਤੇ ਉਗਾਹੀ ਕਰਦੇ ਹਨ, ਉਹਦੀ ਸਮਾਣਾ ਮੰਡੀ ਜਿਹੜਾ ਹੈਗਾ ਕਦੇ ਮਸ਼ਹੂਰ ਹੁੰਦਾ ਸੀ ਮਿਰਚਾਂ ਦੀ ਮੰਡੀ ਦੇ ਨਾਮ ਤੋਂ, ਤੁਹਾਡੇ ਕੋਲੇ ਹੁਣ ਡਿਪਾਰਟਮੈਂਟ ਵੀ ਹੈ ਬਾਗਬਾਨੀ, ਕਿਸ ਤਰੀਕੇ ਦੀ ਮਦਦ ਕਿਸਾਨਾਂ ਦੀ ਕਰਨ ਦੇ ਲਈ ਪਲਾਨ ਤਿਆਰ ਕਰ ਰਹੇ ਹੋ? ਦੇਖੋ ਜਿਹੜਾ ਫਿਰੋਜ਼ਪੁਰ ਹੈ ਉਹ ਮਿਰਚ ਉੱਥੇ ਬਹੁਤ ਉਗਾਈ ਜਾਂਦੀ ਹੈ ਔਰ ਅਸੀਂ ਉੱਥੇ ਫਿਰੋਜ਼ਪੁਰ ਦੇ ਵਿੱਚ ਜਿਹੜੀ ਹੈਗੀ ਚਿੱਲੀ ਸਟੇਟ ਜਿਹੜੀ ਹੈਗੀ ਅਨਾਉਂਸ ਕੀਤੀ ਸੀ, ਅਸੀਂ ਉੱਥੇ ਚਿੱਲੀ ਸਟੇਟ ਬਣਾਵਾਂਗੇ ਔਰ ਸਾਡੀ ਕੋਸ਼ਿਸ਼ ਹੈ ਕਿ ਜਿਹੜੀ ਮਿਰਚ ਹੈ ਉਹਦਾ ਉੱਥੇ ਪੇਸਟ ਬਣਾਇਆ ਜਾਵੇ ਜਾਂ ਸੁਕਾ ਕੇ ਮਿਰਚ ਉਹਦੇ ਸੰਬੰਧਿਤ ਜਿਹੜੇ ਉੱਥੇ ਜਿਹੜੇ ਪ੍ਰੋਜੈਕਟ ਹੈ ਲੱਗਣ। ਸੋ ਅਸੀਂ ਉਸ 'ਤੇ ਕੰਮ ਕਰ ਰਹੇ ਹਾਂ। ਮੈਂ ਕਿਹਾ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਕਿਤੇ ਮਿਰਚ ਹੁੰਦੀ ਹੈ ਤਾਂ ਉਹ ਫਿਰੋਜ਼ਪੁਰ ਦੇ ਵਿੱਚ ਹੁੰਦੀ ਹੈ। ਉਹ ਕਿਤੇ ਨਾ ਕਿਤੇ ਪਿਛਲੀਆਂ ਸਰਕਾਰਾਂ ਨੇ ਅਣਗੌਲਾ ਕਰੀ ਰੱਖਿਆ। ਸੋ ਮੈਂ ਜਦੋਂ ਪਹਿਲੀ ਵਾਰੀ ਗਿਆ ਤਾਂ ਅਸੀਂ ਅਨਾਉਂਸ ਕੀਤਾ ਸੀ ਕਿ ਅਸੀਂ ਇੱਥੇ ਜਿਹੜੀ ਹੈਗੀ ਆ ਚਿੱਲੀ ਸਟੇਟ ਬਣਾਵਾਂਗੇ ਔਰ ਸਾਡੀ ਕੋਸ਼ਿਸ਼ ਹੈ ਕਿ ਮਾਰਕਫੈਡ ਨਾਲ ਰਲ ਕੇ ਉਹਦਾ ਪੇਸਟ ਜਿਹੜਾ ਬਣਾ ਕੇ ਬਾਹਰਲੇ ਦੇਸ਼ਾਂ 'ਚ ਵੀ ਜਿਹੜਾ ਭੇਜਿਆ ਜਾਵੇ, ਕਿਉਂਕਿ ਬਹੁਤ ਡਿਮਾਂਡ ਹੈ ਬਾਹਰਲੇ ਦੇਸ਼ਾਂ 'ਚ। ਸੋ ਸਾਡੇ ਵੱਲੋਂ ਕੋਸ਼ਿਸ਼ ਹਮੇਸ਼ਾ ਰਹਿੰਦੀ ਹੈ ਕਿ ਅਸੀਂ ਕੁਛ ਨਾ ਕੁਛ ਚੰਗਾ ਕਿਸਾਨਾਂ ਵਾਸਤੇ ਕਰੀਏ, ਕਿਉਂਕਿ ਕਣਕ ਝੋਨੇ 'ਚੋਂ ਜੇ ਨਿਕਲਣਾ ਸੀ ਨੇ ਦੂਜੇ ਪਾਸੇ ਲੈ ਕੇ ਜਾਣਾ ਤਾਂ ਉਹਦੇ ਵਾਸਤੇ ਸਾਨੂੰ ਕਿਸਾਨਾਂ ਦੀ ਕਿਵੇਂ ਨਾ ਕਿਵੇਂ ਮਦਦ ਹੈ ਜਿਹੜੀ ਉਹ ਕਰਨੀ ਪੈਣੀ ਹੈ। ਤੁਸੀਂ ਦੁਬਈ ਵੀ ਜਾ ਕੇ ਆਏ ਸੀ, ਕਿ ਉਹ ਇਸੇ ਵਿਸ਼ੇ ਸੰਬੰਧਿਤ ਸੀਗਾ ਵੀ ਜਾਂ ਹੋਰ ਚੀਜ਼ਾਂ ਨੂੰ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹੁਣ ਪੇਸਟ ਬਣਾ ਕੇ ਇਹਦੀ ਮਾਰਕੀਟਿੰਗ ਵੀ ਕਰੋਗੇ ਕਿ ਕਿਸਾਨਾਂ ਨੂੰ ਫਾਇਦਾ ਪਹੁੰਚੇ, ਮੁਨਾਫਾ ਹੋਵੇ, ਜਾਂ ਕੰਪਨੀਆਂ ਨਾਲ ਕੰਟਰੈਕਟ ਜਾਂ ਆ ਰਹੇ ਨੇ ਵੀ ਗੱਲਬਾਤ ਚੱਲ ਰਹੀ ਹੈ? ਦੁਬਈ ਦੇ ਵਿੱਚ ਜਿਹੜਾ ਹੈਗਾ ਫੂਡ ਫੈਸਟੀਵਲ ਲੱਗਿਆ ਸੀ, ਓਕੇ, ਉੱਥੇ ਸਟੱਡੀ ਕਰਨ ਵਾਸਤੇ ਕਿ ਉੱਥੇ ਕਿਸ ਚੀਜ਼ ਦੀ ਡਿਮਾਂਡ ਹੈ
ਜਿਹੜੀ ਅਸੀਂ ਪੰਜਾਬ 'ਚ ਉਹ ਪ੍ਰੋਡਿਊਸ ਕਰੀਏ ਔਰ ਉਹਦੀ ਜਿਹੜੀ ਹੈਗੀ ਆ ਦੁਬਈ ਭੇਜਿਆ ਜਾਵੇ ਔਰ ਉੱਥੋਂ ਜਿਹੜੇ ਵੱਖ-ਵੱਖ ਕੰਟਰੀਆਂ ਨੂੰ ਜਿਹੜਾ ਜਾਂਦਾ, ਕਿਉਂਕਿ ਦੁਬਈ ਇੱਕ ਹੱਬ ਬਣਿਆ ਹੋਇਆ ਹੈ ਜਿਹੜਾ ਬਹੁਤ ਸਾਰੇ ਕੰਟਰੀਆਂ ਤੋਂ ਲੈ ਕੇ ਫਰੂਟ ਲੈ ਕੇ ਆਉਂਦਾ, ਵੈਜੀਟੇਬਲ ਲੈ ਕੇ ਆਉਂਦਾ, ਅਲੱਗ-ਅਲੱਗ ਚੀਜ਼ਾਂ ਲੈ ਕੇ ਆਉਂਦਾ ਔਰ ਉੱਥੋਂ ਅੱਗੇ ਸਪਲਾਈ ਕੀਤੀ ਜਾਂਦੀ ਆ। ਸੋ ਸਾਡੀ ਵੀ ਕੋਸ਼ਿਸ਼ ਹੈ ਕਿ ਅਸੀਂ ਵੀ ਪੰਜਾਬ ਦਾ ਜੋ ਅਸੀਂ ਕਿਸਾਨ ਪ੍ਰੋਡਿਊਸ ਕਰਦਾ ਉਹ ਅਸੀਂ ਦੁਬਈ ਭੇਜੀਏ ਔਰ ਦੁਬਈ ਤੋਂ ਵੱਖ-ਵੱਖ ਕੰਟਰੀਆਂ ਦੇ ਵਿੱਚ ਭੇਜਿਆ ਜਾ ਸਕੇ, ਕਿਉਂਕਿ ਉੱਥੇ ਸਾਰੇ ਦੇਸ਼ਾਂ ਤੋਂ ਹੀ ਲੋਕ ਜਿਹੜੇ ਆਉਂਦੇ ਨੇ, ਜਿਹੜਾ ਸਾਨੂੰ ਸੌਖਾ ਹੈ। ਸੋ ਸਾਨੂੰ ਲੱਗਿਆ ਵੀ ਹੈ ਕਿ ਉੱਥੇ ਸਕੋਪ ਹੈਗਾ, ਬਹੁਤ ਸਾਰੀਆਂ ਚੀਜ਼ਾਂ ਨੇ। ਰਾਈਸ ਦੀ ਬੜਾ ਡਿਮਾਂਡ ਹੈ ਉੱਥੇ ਔਰ ਉਹਦੇ ਨਾਲ ਮਿਰਚ, ਆਲੂ, ਪਿਆਜ਼ ਵੀ ਜਾ ਸਕਦਾ ਹੈ। ਸੋ ਉਸ 'ਤੇ ਅਸੀਂ ਕੰਮ ਕਰ ਰਹੇ ਹਾਂ ਆਲਰੇਡੀ, ਪਰ ਥੋੜ੍ਹੀ ਪ੍ਰੋਬਲਮ ਜਿਹੜੀ ਆ ਰਹੀ ਹੈ ਉਹ ਕਾਰਗੋ ਦੀ ਜਿਹੜੀ ਪ੍ਰੋਬਲਮ ਆ ਰਹੀ ਹੈ ਕਿ ਕਾਰਗੋ ਵਾਸਤੇ ਅਸੀਂ ਕਿਸੇ ਕੰਪਨੀ ਨਾਲ ਟਾਈ ਅਪ ਕਰਕੇ, ਸਗੋਂ ਪਿੱਛੇ 1-2 ਕੰਪਨੀਆਂ ਆਈਆਂ ਵੀ ਸੀ, ਉਹਨਾਂ ਨਾਲ ਮੀਟਿੰਗ ਵੀ ਸਾਡੇ, ਮੈਂ ਵੀ ਸੀਗਾ ਔਰ CS ਸਾਹਿਬ ਸੀਗੇ, ਬਾਕੀ ਸੈਕਟਰੀ ਸੀਗੇ, ਮੀਟਿੰਗ ਵੀ ਹੋਈ ਸੀ ਔਰ ਅਸੀਂ ਲੱਗੇ ਹੋਏ ਹਾਂ ਕਿ ਅਸੀਂ ਉਰੇ ਦਾ ਜਿਹੜਾ ਪ੍ਰੋਡਿਊਸ ਕੀਤੀ ਹੋਈ ਫਸਲ ਹੈ ਉਹਨੂੰ ਕਿਵੇਂ ਅਸੀਂ ਬਾਹਰ ਚੰਗੇ ਮੁੱਲ 'ਤੇ ਜਿਹੜਾ ਹੈ ਵੇਚ ਸਕੀ। ਜੀ, ਚੰਡੀਗੜ੍ਹ 에ਅਰਪੋਰਟ ਤੋਂ ਕਾਰਗੋ ਸਰਵਿਸ ਸ਼ੁਰੂ ਹੋ ਚੁੱਕੀ ਹੈਗੀ ਹੈ, ਕੱਲ੍ਹ ਉਦਘਾਟਨ ਹੋਇਆ ਹੈਗਾ। ਤੁਸੀਂ ਕਿਸਾਨਾਂ ਨੂੰ ਸਬਜ਼ੀਆਂ ਦੇ ਉੱਪਰ MSP ਦੀ ਵੀ ਜਿਹੜੀ ਚਰਚਾ ਤੁਸੀਂ ਵਾਅਦਾ ਵੀ ਜਿਹੜਾ ਹੈਗਾ ਇਹ ਕੀਤਾ ਹੋਇਆ ਸੀਗਾ, ਉਹਦਾ ਪਲਾਨ ਜਾਂ CM ਸਾਹਿਬ ਨਾਲ ਚਰਚਾ ਹੋਈ ਹੈ ਕਿ ਹੁਣ ਕਿਸਾਨਾਂ ਨੂੰ ਕਿਸ ਤਰੀਕੇ ਨਾਲ ਇਹ ਜਿਹੜੇ ਬੈਨੀਫਿਟ ਨੇ ਕਿ ਉਹ ਆਪਣੀ ਇਨਕਮ ਸੋਰਸ ਵਧਾ ਸਕਣ, ਕਿਉਂਕਿ ਜ਼ਿਆਦਾਤਰ ਜਿੰਨੀ ਤੁਹਾਡੀ ਮੈਜੋਰਟੀ ਹੈ ਵਿਧਾਇਕ ਜਿੰਨੇ ਚੁਣ ਕੇ ਆਏ ਨੇ ਸਾਰੇ ਜ਼ਮੀਨੀ ਪੱਧਰ ਤੋਂ ਤੇ ਮੋਸਟਲੀ ਕਿਸਾਨ ਬੈਕਗਰਾਊਂਡ ਤੋਂ ਆਉਂਦੇ ਹਨ। ਦੇਖੋ, ਅਸੀਂ ਨੇ ਬਜਟ ਦੇ ਵਿੱਚ ਵੀ 15 ਕਰੋੜ ਰੁਪਈਆ ਜਿਹੜਾ ਫਸਲੀ ਵਿਭਿੰਨਤਾ ਵਾਸਤੇ ਰੱਖਿਆ ਸੀਗਾ, ਇਹ MSP ਦੇਣ ਵਾਸਤੇ। ਉਹ ਅਸੀਂ ਮਿਰਚ ਸੀਗੀ, ਉਹ 'ਚ ਗੋਭੀ ਸੀਗੀ, ਉਹ 'ਚ 4 ਫਸਲਾਂ ਸੀਗੀਆਂ ਜੀ। ਔਰ ਐਕਚੁਅਲ 'ਚ ਪ੍ਰੋਬਲਮ ਕਿੱਥੇ ਆਉਂਦੀ ਆ, ਜਦੋਂ ਕਿਸਾਨ ਮੰਡੀ 'ਚ ਲੈ ਕੇ ਜਾਂਦੇ ਨੇ, ਅਸੀਂ ਕੀ ਦੇਣਾ ਦੀ ਜਿਹੜਾ ਡਿਫਰੈਂਸ ਹੈ ਉਹ ਜਿਹੜੀ ਇੱਕ MSP ਫਿਕਸ ਕਰਤੀ। ਮੰਨ ਲਓ ਗਾਜਰ ਦੀ ਆਪਾਂ ਮੰਨ ਲਈਏ ਵੀ 5 ਰੁਪਏ ਫਿਕਸ ਕਰਤੀ, ਜੋ 3 ਰੁਪਏ ਵਿਕਦੀ ਹੈ ਤਾਂ ਜਿਹੜਾ ਡਿਫਰੈਂਸ ਹੈ 2 ਰੁਪਏ ਦਾ ਉਹ ਸਰਕਾਰ ਪੇ ਕਰੂਗੀ। ਪਰ ਇੱਥੇ ਥੋੜ੍ਹੀ ਪ੍ਰੋਬਲਮ ਆਉਂਦੀ ਹੈ ਕਿ ਉਹਨਾਂ ਨੂੰ ਕਿਸਾਨਾਂ ਨੂੰ ਜੇ ਫਾਰਮ ਨਹੀਂ ਮਿਲਦਾ। ਜਦੋਂ ਤੱਕ ਜੇ ਫਾਰਮ ਨਹੀਂ ਮਿਲੂਗਾ ਤਾਂ ਅਸੀਂ ਕਿਵੇਂ ਪੈਸੇ ਦੇਵਾਂਗੇ, ਸਾਨੂੰ ਕੀ ਪਤਾ ਲੱਗਿਆ ਕਿ ਕਿਸ ਤਰ੍ਹਾਂ ਕੀ ਰੇਟ ਵਿਕਿਆ, ਕੀ ਗੱਲਬਾਤ ਆ। ਸੋ ਉਸ 'ਤੇ ਹੁਣ ਅਸੀਂ ਕੰਮ ਕਰ ਰਹੇ ਹਾਂ। ਸੋ ਆਉਣ ਵਾਲੇ ਸਮੇਂ 'ਚ ਇਹ ਮਸਲਾ ਵੀ ਆ ਬਹੁਤ ਜਲਦੀ ਹੈ ਜਿਹੜਾ ਹੱਲ ਹੋਊਗਾ। ਜਿਹੜੀ ਫਸਲੀ ਵਿਭਿੰਨਤਾ ਵੀ ਇਸ 'ਚ ਕੰਮ ਕਰੂਗੀ, ਕਿਉਂਕਿ ਅਸੀਂ ਜੇ ਝੋਨੇ ਚੋਂ ਔਰ ਇਹ 'ਚੋਂ ਨਿਕਲਣਾ ਹੈ, ਕਣਕ 'ਚੋਂ ਨਿਕਲਣਾ ਹੈ, ਤਾਂ ਸਾਨੂੰ ਇਸ ਪਾਸੇ ਵੱਲ ਕੁਛ ਨਾ ਕੁਛ ਕਰਨਾ ਪੈਣਾ ਜੀ। ਜੋੜਾ ਮਾਜਰਾ ਸਾਹਿਬ, ਜਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਡਿਪਾਰਟਮੈਂਟ ਦੀ ਗੱਲ ਕਰ ਰਹੇ ਹੋ, ਤੁਸੀਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਜਿਨ੍ਹਾਂ ਦੀਆਂ ਪੈਨਸ਼ਨਾਂ ਲੱਗੀਆਂ ਹੋਈਆਂ ਨੇ ਉਹਦੇ ਵਿੱਚ ਵੀ ਵਾਧਾ ਕੀਤਾ ਹੈਗਾ। ਇਸ ਤੋਂ ਇਲਾਵਾ ਤੁਹਾਡੇ ਕੋਲ ਡਿਫੈਂਸ ਵੈਲਫੇਅਰ ਸਕੀਮਾਂ ਜਿਹੜੀਆਂ ਹੈਗੀਆਂ ਨੇ ਉਸ ਦੇ ਵਿੱਚ ਕਿਸ ਤਰੀਕੇ ਦੇ ਬਦਲਾਅ ਜਿਹੜੇ ਹੈਗੇ ਨੇ ਕਿ ਵੱਧ ਤੋਂ ਵੱਧ ਜਿਹੜੇ ਇਸ ਸਕੀਮ ਦੇ ਵਿੱਚ ਆਉਂਦੇ ਹਨ ਉਹਨਾਂ ਨੂੰ ਬੈਨੀਫਿਟ ਦਿੱਤਾ ਜਾ ਸਕੇ, ਕੀ ਕੁਝ ਕਰ ਰਹੇ ਹੋ? ਹਾਲਾਂਕਿ ਕੱਲ੍ਹ CM ਸਾਹਿਬ ਨੇ ਇੱਕ ਚੀਜ਼ ਅਨਾਊਂਸ ਵੀ ਕੀਤੀ ਹੁਣੀ, ਉਹ ਕਾਰਗਿਲ ਡੇ 'ਤੇ ਜਿਹੜਾ ਹੈਗਾ ਜਾ ਕੇ ਆਏ ਅੰਮ੍ਰਿਤਸਰ, ਵੀ ਫੌਜੀਆਂ ਨੂੰ ਕੁਛ ਨਾ ਕੁਛ ਸਹੂਲਤ ਉਹ ਦੇਣ ਜਾ ਰਹੇ ਨੇ। ਦੇਖੋ, ਸਭ ਤੋਂ ਪਹਿਲਾਂ ਮੈਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਹੋਰਾਂ ਦਾ ਧੰਨਵਾਦ ਕਰਦਾ, ਕਿਉਂਕਿ ਉਹਨਾਂ ਨੇ ਬਹੁਤ ਅਹਿਮ ਉੱਥੇ ਜਿਹੜਾ ਐਲਾਨ ਨੇ ਉਹ ਕੀਤੇ ਨੇ। ਇੱਕ ਤਾਂ ਅਸੀਂ ਦੇਖਿਆ ਕਿ ਸਾਡੇ ਜਿਹੜੇ ਫੌਜੀ ਵੀਰ ਨੇ ਉਹ ਕੋਈ ਲਦਾਖ 'ਚ ਹੈ, ਕੋਈ ਸਾਊਥ 'ਚ ਹੈ, ਕੋਈ ਵੈਸਟ 'ਚ ਹੈ, ਅਲੱਗ-ਅਲੱਗ ਬਾਰਡਰਾਂ 'ਤੇ ਜਿਹੜੇ ਹੈਗੇ ਡਿਊਟੀਆਂ ਨਿਭਾ ਰਹੇ ਨੇ। ਕਈ ਵਾਰੀ ਹੁੰਦਾ ਹੈ ਕਿ ਕੋਈ ਲੜਾਈ ਲੱਗੀ ਹੋਈ ਆ, ਉਹ 'ਚ ਕੋਈ ਫੌਜੀ ਵੀਰ ਸ਼ਹੀਦ ਹੋ ਜਾਂਦਾ, ਉਹਨੂੰ ਤਾਂ ਅਸੀਂ 1 ਕਰੋੜ ਰੁਪਈਆ ਦੇ ਦਿੰਦੇ ਹਾਂ। ਪਰ ਕਈ ਇਹੋ ਜਿਹੇ ਹੋ ਜਾਂਦੇ ਨੇ, ਕੋਈ ਤੋਂਦਾ ਗਿਰ ਗਿਆ, ਬਰਫ਼ ਦਾ ਤੋਂਦਾ ਗਿਰ ਗਿਆ, ਉਹਦੇ ਥੱਲੇ ਆ ਕੇ ਜੇ ਕੋਈ ਕਿਸੇ ਫੌਜੀ ਵੀਰ ਦੀ ਮੌਤ ਹੋ ਗਈ, ਸ਼ਹੀਦ ਹੋ ਗਿਆ, ਤਾਂ ਉਹਦੇ ਵਾਸਤੇ ਕੁਛ ਨਹੀਂ ਸੀਗਾ। ਜਾਂ ਕੋਈ ਹੈਂਡੀਕੈਪ ਹੋ ਗਿਆ, ਕੋਈ 10% ਹੋ ਗਿਆ, ਜੋ ਕੋਈ 50% ਹੋ ਗਿਆ, ਕੋਈ 70% ਹੋ ਗਿਆ, ਉਹਨਾਂ ਵਾਸਤੇ ਬਹੁਤ ਘੱਟ ਸੀਗਾ। ਹੁਣ ਅਸੀਂ ਨੇ ਇੱਕ ਤਾਂ ਜੇ ਕੋਈ ਵੀ ਇੱਦਾਂ ਦਾ ਕੋਈ ਹੁੰਦਾ ਹੈ ਕਿ ਐਕਸੀਡੈਂਟਲ ਮੌਤ ਹੁੰਦੀ ਹੈ ਤਾਂ ਉਹਦੇ ਵਾਸਤੇ 25 ਲੱਖ ਰੁਪਈਆ CM ਸਾਹਿਬ ਨੇ ਅਨਾਊਂਸ ਕੀਤਾ। ਔਰ ਉਹਦੇ ਨਾਲ ਹੀ ਜਿਹੜੀ ਸੀਗੀ ਕੋਈ ਮਤਲਬ ਕਿ ਅਪਾਹਜ ਹੁੰਦਾ ਕੋਈ, ਉਹਦੀ ਪਹਿਲਾਂ ਜਿਹੜੀ 5 ਲੱਖ ਸਲੈਬ ਸੀ ਉਹਨੂੰ 10 ਕਰਤਾ, ਜਿਹੜੀ 10 ਲੱਖ ਦੀ ਸਲੈਬ ਸੀ ਉਹਨੂੰ 20 ਕਰਤਾ, ਜਿਹੜੀ 20 ਲੱਖ ਵਾਲੀ ਸਲੈਬ ਸੀ ਉਹਨੂੰ 40 ਲੱਖ ਕਰਤਾ, ਜਿਹਦੇ ਨਾਲ ਬਹੁਤ ਸਾਰੇ ਜਿਹੜਾ ਹੈਗਾ
ਫਾਇਦਾ ਹੋ ਸਕਦਾ, ਕਿਉਂਕਿ ਬਹੁਤ ਸਾਰੇ ਇਹੋ ਜਿਹੇ ਫੌਜੀ ਵੀਰ ਨੇ ਜਿਨ੍ਹਾਂ ਇੱਦਾਂ ਦੀਆਂ ਪ੍ਰੋਬਲਮ ਆ ਗਈਆਂ ਪਰ ਉਹਨੂੰ ਬਹੁਤ ਘੱਟ ਪੈਸਾ ਮਿਲਿਆ। ਜਿਹੜੇ ਪੂਰਾ ਅੱਜਾ ਹੋ ਗਿਆ ਉਹਦੇ ਵਾਸਤੇ 20 ਲੱਖ ਰੁਪਈਆ ਕੋਈ ਮਾਇਨੇ ਨਹੀਂ ਰੱਖਦੀ। ਔਰ ਉਹਦੇ ਨਾਲ ਹੀ ਜਿਹੜੇ ਧਰਮੀ ਫੌਜੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਜਿਹੜੇ 84 ਦੇ ਵਿੱਚ ਜਿਹੜੇ ਫੌਜ 'ਚੋਂ ਆ ਗਏ ਸੀਗੇ, ਉਹਨਾਂ ਵਾਸਤੇ ਵੀ ਜਿਹੜੀ ਹੈਗੀ ਆ 10,000 ਤੋਂ ਵਧਾ ਕੇ 12,000 ਰੁਪਈਆ ਜਿਹੜੀ ਹੈ ਪੈਨਸ਼ਨ ਕੀਤੀ ਆ, ਜਿਹੜਾ ਕਿ ਬਹੁਤ ਸਰਾਹਨਾਯੋਗ ਕਦਮ ਹੈ ਜਿਹੜਾ ਮਾਨ ਸਾਹਿਬ ਸਰਕਾਰ ਨੇ ਜਿਹੜਾ ਚੁੱਕਿਆ ਹੈਗਾ ਜੀ। ਚੇਤਨ ਜੀ, ਤੁਹਾਡੇ ਕੋਲੇ तमाम ਪੱਤਰਕਾਰਾਂ ਦੀਆਂ ਯੂਨੀਅਨਾਂ ਵੀ ਆਉਂਦੀਆਂ ਹਨ, ਤੁਹਾਡੇ ਕੋਲੇ ਲੋਕ ਸੰਪਰਕ ਵਿਭਾਗ ਵੀ ਹੈਗਾ, ਤੇ ਲਗਾਤਾਰ ਐਕਰੀਡੇਟਡ ਪੱਤਰਕਾਰ ਇਹ ਮੰਗ ਕਰ ਰਹੇ ਨੇ ਕਿ ਜਿਵੇਂ ਇੰਪਰੂਵਮੈਂਟ ਟਰਸਟ, ਗਲਾਡਾ, ਗਮਾਡਾ ਜਿਹੜੇ ਹਾਊਸਿੰਗ ਪ੍ਰੋਜੈਕਟ ਨੇ ਉਹਨਾਂ ਦੇ ਵਿੱਚ 2% ਦੀ ਕੋਟਾ ਇਹਨਾਂ ਪੱਤਰਕਾਰਾਂ ਨੂੰ ਵੀ ਰੱਖਿਆ ਜਾਵੇ। ਕਿ ਉਸ ਤੇ ਵਿਚਾਰ ਕਰ ਰਹੀ ਹੈ ਸਰਕਾਰ, ਜਾਂ ਹੋਰ ਕਿਹੜੀ ਸਹੂਲਤ ਬਾਰੇ ਵਿਚਾਰ ਚਰਚਾ ਚੱਲ ਰਹੀ ਹੈ ਸਰਕਾਰ? ਦੇਖੋ ਮੇਰਾ ਅਕਸਰ ਇਹੀ ਰਹਿੰਦਾ ਕਿ ਕਿਸੇ ਨੂੰ ਕੋਈ ਵੀ ਹੁਣ ਜਿਹੜੇ ਮੇਰੇ ਮਹਿਕਮੇ ਨੇ ਕੋਈ ਵੀ ਪ੍ਰੋਬਲਮ ਹੈ ਤਾਂ ਮੇਰੇ ਨਾਲ ਸਿੱਧੇ ਆ ਕੇ ਗੱਲ ਕਰੋ। ਤੁਸੀਂ ਮੇਰੇ ਜੋ ਧਿਆਨ 'ਚ ਲਿਆਂਦਾ ਮੈਂ CM ਸਾਹਿਬ ਨਾਲ ਉਹਦੇ ਡਿਸਕਸ ਕਰਾਂਗੇ ਔਰ ਜ਼ਰੂਰ ਉਹਨੂੰ ਹੱਲ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ, ਕਿਉਂਕਿ ਅਸੀਂ ਤੁਹਾਡੇ ਚੁਣੇ ਹੋਏ ਆਮ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ। ਸੋ ਸਾਡਾ ਫਰਜ਼ ਬਣਦਾ ਜਿਹੜੀ ਗੱਲ ਸਾਡੇ ਲਈ ਪਹੁੰਚੇ ਉਹਦਾ ਸੋਲੂਸ਼ਨ ਕਰਕੇ ਦੀ। ਸੋ ਇਹ ਵੀ ਜਿਹੜੀਆਂ ਪੱਤਰਕਾਰ ਵੀਰਾਂ ਦੀਆਂ ਜਿਹੜੀਆਂ ਵੀ ਕੋਈ ਸਮੱਸਿਆਵਾਂ ਹੈਗੀਆਂ ਨੇ ਉਹਨਾਂ ਨੂੰ ਵੀ ਹੱਲ ਕਰਾਂਗੇ, ਪਹਿਲ ਦੇ ਆਧਾਰ 'ਤੇ ਹੱਲ ਕਰਾਂਗੇ। ਜੀ, ਮੇਰਾ ਆਖਰੀ ਸਵਾਲ ਹੈ ਤੁਹਾਨੂੰ, ਅੱਜ ਕੈਬਨਿਟ ਦੇ ਵਿੱਚ ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਮਦਦ ਤੋਂ ਇਲਾਵਾ, ਸਪੈਸ਼ਲ ਗਿਰਦਾਵਰੀ ਤੋਂ ਇਲਾਵਾ ਹੋਰ ਕਿਹੜੀ ਚਰਚਾ ਹੋਈ ਹੈਗੀ ਹੈ? ਦੇਖੋ, ਹੋਰ ਕ੍ਰੈਸ਼ਰ 'ਤੇ ਚਰਚਾ ਹੋਈ ਹੈ, ਸਪੋਰਟਸ 'ਤੇ ਚਰਚਾ ਹੋਈ ਹੈ, ਔਰ ਕੁਛ ਜਿਹੜਾ ਆਪਣਾ ਯੋਗਾ ਉਸ 'ਤੇ ਵੀ ਚਰਚਾ ਹੋਈ ਹੈ। ਯੋਗਾ ਵੀ ਕਿਵੇਂ ਅਸੀਂ ਕੀਤਾ ਜਾਵੇ, ਔਰ ਜਿਹੜਾ ਹੈਗਾ ਬੱਚੇ ਸਾਡੇ ਮੈਡਲ ਕਿਵੇਂ ਲੈ ਕੇ ਆਉਣ, ਉਹ 'ਤੇ ਸਭ ਬਹੁਤ ਵਿਸਥਾਰ 'ਚ ਚਰਚਾ ਹੋਈ ਹੈ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਹੈ ਜਿਹੜਾ ਜਿਹਨੂੰ ਨਸ਼ਿਆਂ 'ਚੋਂ ਕੱਢਣਾ, ਤਾਂ ਸਾਡੇ ਬੱਚੇ ਨੇ ਜਿਹੜੇ ਉਹਨਾਂ ਨੂੰ ਅਸੀਂ ਖੇਡਾਂ ਨਾਲ ਜੋੜੀਏ, ਤਾਂ ਕਿ ਜਿੱਥੇ ਉਹ ਰਿਸ਼ਟ ਪੁਸ਼ਟ ਰਹਿਣਗੇ ਉੱਥੇ ਹੀ ਜਿਹੜਾ ਹੈਗਾ ਆਪਣੇ ਆਪ ਨੂੰ ਖੇਡਾਂ ਦੇ ਵਿੱਚ ਉਹ ਕਰਕੇ ਚੰਗੀਆਂ ਜੋਬਾਂ ਵੀ ਮਿਲਦੀਆਂ ਨੇ, ਕਿਉਂਕਿ ਜੇ ਚੰਗੀ ਤੁਸੀਂ ਕੋਈ ਪੋਜੀਸ਼ਨ ਲੈਂਦੇ ਹੋ ਤਾਂ ਉਹਨਾਂ ਨੂੰ ਜੋਬਾਂ ਮਿਲਦੀਆਂ ਨੇ। ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਪੰਜਾਬ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰੀਏ। ਸੋ ਹੋਰ ਵੀ 2-3 ਗੱਲਾਂ ਹੈਗੀਆਂ ਨੇ ਜਿਹੜੀਆਂ ਉਹ ਰੈਲੇਵੈਂਟ ਜਿਹੜੇ ਮਿਨਿਸਟਰ ਨੇ ਉਹ ਜਿਹੜਾ ਪ੍ਰੈਸ ਨੂੰ ਹੈਗਾ ਸੰਬੋਧਨ ਕਰਨਗੇ। ਜੀ, ਮਤਲਬ ਜਿਸ ਤਰੀਕੇ ਨਾਲ ਬਾਰਡਰ ਪਾਰ ਤੋਂ ਡਰੋਨ ਰਾਹੀਂ ਜਿਹੜੀ ਡਰੱਗਸ ਦਾ, ਜਾਂ ਜਿਵੇਂ ਹੁਣ ਪਾਕਿਸਤਾਨ ਦੇ ਇੱਕ ਖੁਦ ਅਫਸਰ ਨੇ ਇਹ ਚੀਜ਼ ਮੰਨ ਲਈ ਹੈਗੀ, ਅੱਜ ਅਖਬਾਰਾਂ ਦੇ ਵਿੱਚ ਵੀ ਇਹ ਖਬਰਾਂ ਲੱਗੀਆਂ ਨੇ, ਇਸ ਚੀਜ਼ ਨੂੰ ਲੈ ਕੇ ਵੀ ਇਹ ਜਿਹੜੀਆਂ ਐਕਟੀਵਿਟੀਜ਼ ਹੋ ਰਹੀਆਂ ਨੇ, ਤਾਂ ਇਹ ਤੁਹਾਡੀ ਪਾਲਿਸੀ ਦੇ ਵਿੱਚ ਵੀ ਸੀਗੀ, ਸਪੋਰਟਸ ਪਾਲਿਸੀ ਲਿਆ ਕੇ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਖੇਡ ਸਟੇਡੀਅਮ ਪਿੰਡਾਂ ਦੇ ਵਿੱਚ ਜਿਸ ਤਰੀਕੇ ਨਾਲ ਵੀ ਵੱਧ ਤੋਂ ਵੱਧ ਜੁੜਨ ਤੇ ਉਹ ਤੰਦਰੁਸਤ ਵੀ ਰਹਿਣ ਤੇ ਆਪਣੇ ਕੰਮਕਾਰ ਵੀ ਕਰਨ, ਉਸ ਚੀਜ਼ ਵੱਲ ਨੂੰ ਤੁਸੀਂ ਜਿਹੜਾ ਹੈਗਾ ਇਹ ਫੋਕਸ ਕਰ ਰਹੇ ਹੋ। ਅੱਜ ਇਹੀ ਚਰਚਾ ਜ਼ਿਆਦਾ ਇਹ ਹੋਈ ਹੈ। ਦੇਖੋ, ਜਿਹੜੇ ਡਰੱਗ ਦਾ ਉੱਥੇ ਸਾਡੇ CM ਸਾਹਿਬ ਲਗਾਤਾਰ ਗ੍ਰਹਿ ਮੰਤਰੀ ਸਾਹਿਬ ਨਾਲ ਵੀ ਮੀਟਿੰਗਾਂ ਜਿਹੜੀਆਂ ਹੋਈਆਂ ਨੇ, ਔਰ ਅਸੀਂ ਚਾਹੁੰਦੇ ਹਾਂ, ਔਰ ਪਿਛਲੇ ਦਿਨ ਸਗੋਂ ਜਿਸ ਦਿਨ ਕਾਰਗਿਲ ਦਾ ਪ੍ਰੋਗਰਾਮ ਸੀਗਾ ਅੰਮ੍ਰਿਤਸਰ, ਉਸ ਦਿਨ ਵੀ ਮਾਨ ਸਾਹਿਬ ਨੇ ਬੋਲਿਆ ਸੀਗਾ ਕਿ ਜਿਹੜੇ ਇਹ ਡਰੋਨ ਨੇ ਇਹਨਾਂ ਨੂੰ ਰਜਿਸਟਰਡ ਕੀਤਾ ਜਾਵੇ, ਤਾਂ ਕਿ ਕਿਉਂਕਿ ਇਹ ਵਿਆਹਾਂ 'ਚ ਵੀ ਵਰਤੇ ਜਾਂਦੇ ਨੇ, ਹੋਰ ਵੀ ਫੰਕਸ਼ਨਾਂ 'ਤੇ ਵਰਤੇ ਜਾਂਦੇ ਨੇ। ਜਦੋਂ ਡਰੋਨ ਰਜਿਸਟਰਡ ਹੋਊਗਾ ਤਾਂ ਸਾਨੂੰ ਪਤਾ ਲੱਗੂਗਾ ਵੀ ਇਹ ਕਿਸੇ ਨੰਬਰ ਦਾ ਹੈ, ਕਿ ਇਹ ਪੰਜਾਬ ਦਾ ਹੈ ਜਾਂ ਇਹ ਪਾਕਿਸਤਾਨ ਤੋਂ ਹੈ ਜਾਂ ਕੋਈ ਹੋਰ ਹੈ। ਸੋ ਇਸ ਕਰਕੇ ਉਸ 'ਤੇ ਵੀ ਜਿਹੜਾ ਕੰਮ ਹੈ ਬੜੀ ਡੂੰਘਾਈ ਨਾਲ ਜਿਹੜਾ ਕੀਤਾ ਜਾ ਰਿਹਾ ਹੈ। ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸਰ, ਬਹੁਤ ਜੀ। ਤਾਂ ਇਹ ਸਨ ਸਾਡੇ ਨਾਲ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ। ਸਾਫ਼ ਤੌਰ 'ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਅੱਜ ਕੈਬਨਿਟ ਦੇ ਵਿੱਚ ਜਿੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਰਾਹਤ ਦੇਣ ਦੇ ਲਈ तमाम ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤੇ ਗਏ ਨੇ, ਗਿਰਦਾਵਰੀ ਕਰਾਉਣ ਦੇ ਹੁਕਮ ਦਿੱਤੇ ਗਏ ਨੇ, ਤਾਂ ਨਾਲ ਹੀ ਇਹਨਾਂ ਕੋਲ ਜੋ ਵਿਭਾਗ ਹਨ ਉਹਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜੋ ਇਹਨਾਂ ਵੱਲੋਂ ਵਾਅਦੇ ਕੀਤੇ ਜਾ ਰਹੇ ਨੇ ਲੋਕਾਂ ਨੂੰ ਜਾਂ ਕੀਤੇ ਗਏ ਸੀ ਉਹਨਾਂ 'ਤੇ ਖਰੇ ਉਤਰਨ ਦੇ ਲਈ ਕੰਮ ਕਰ ਰਹੇ ਹਨ। ਜੇਕਰ ਕਿਸਾਨਾਂ ਦੀ ਗੱਲ ਕਰੀਏ, ਫਿਰੋਜ਼ਪੁਰ ਦੀ ਗੱਲ ਕਰੀਏ, ਤਾਂ ਇਹਨਾਂ ਵੱਲੋਂ ਪਹਿਲਾਂ ਹੀ ਜਿਹੜਾ ਹੈਗਾ ਚਿੱਲੀ ਹੱਬ ਜਿਹੜਾ ਹੈਗਾ ਉਹ ਫਿਰੋਜ਼ਪੁਰ ਨੂੰ ਬਣਾਉਣ ਦਾ ਐਲਾਨ ਕੀਤਾ ਹੋਇਆ। ਤਾਂ ਇਸ ਤੋਂ ਇਲਾਵਾ ਸਬਜ਼ੀਆਂ ਦੇ ਉੱਪਰ ਜਿਹੜੀਆਂ ਕੁਝ ਚੁਣਿੰਦਾ ਸਬਜ਼ੀਆਂ ਹਨ ਜਿਨ੍ਹਾਂ ਉੱਪਰ MSP ਦੇਣਾ, ਉਸ ਦੇ ਉੱਪਰ ਵੀ ਇਹ ਲਗਾਤਾਰ ਕੰਮ ਕਰ ਰਹੇ ਹਨ। ਚੰਡੀਗੜ੍ਹ ਜਗਬਾਣੀ ਸਟੂਡੀਓ ਤੋਂ ਵੀਡੀਓ ਜਰਨਲਿਸਟ ਅਮਿਤ, ਹਰਜਿੰਦਰ ਤੇ ਰਜਤ ਦੇ ਨਾਲ ਵਰੁਣ ਭੱਟ।